एक ओंकार सच चैनल देख रहे सारे श्रोतिਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਵਿਸ਼ਾ ਗੰਭੀਰ ਵਿਸ਼ਾ ਹੈ ਜੋ ਕਿ ਸਾਡੇ ਪੰਥ ਦੇ ਵਿੱਚ ਵਾਰ-ਵਾਰ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦਾ ਹੈ। ਇਹ ਵਿਸ਼ਾ ਹੈ ਸਾਖੀ। ਇਹ ਵਿਸ਼ਾ ਹੈ ਗੁਰੂ ਇਤਿਹਾਸ ਦੀ ਸਮਝ ਦਾ ਵਿਸ਼ਾ। ਬਹੁਤ ਸਾਰੇ ਸਵਾਲ ਅੱਜ ਦੇ ਵਿਦਵਾਨ ਇਸ ਗੱਲ ਉੱਤੇ ਕਰਦੇ ਨੇ ਕਿ ਸਾਖੀਆਂ ਦੇ ਵਿੱਚ ਕ੍ਰੋਨੋਲੋਜੀ ਨਹੀਂ ਮਿਲਦੀ, ਡੇਟ ਵਾਈਜ਼ ਸਾਨੂੰ ਪਤਾ ਨਹੀਂ ਲੱਗਦਾ ਤੇ ਸਾਡਾ ਜਿਹੜਾ ਲਿਖਿਆ ਹੋਇਆ ਹੈ ਉਹ ਸਾਡੀ ਸਮਝ ਤੋਂ ਬਾਹਰ ਹੋ ਜਾਂਦਾ ਹੈ, ਜਿਸ ਨੂੰ ਅਸੀਂ ਸੱਚ ਦੇ ਉੱਤੇ ਪ੍ਰਮਾਣਿਤ ਨਹੀਂ ਕਰ ਸਕਦੇ। ਗੱਲਾਂ ਸਮਝਣੀਆਂ ਇਹ ਜ਼ਰੂਰੀ ਨਹੀਂ ਕਿ ਸਾਖੀ ਹੁੰਦੀ ਕੀ ਹੈ, ਸਾਖੀ ਦਾ ਪ੍ਰਗਟਾਵਾ ਕੀ ਹੁੰਦਾ ਹੈ। ਸਾਖੀ ਹੈ ਸਾਖ। ਕਿਸ ਦੀ ਸਾਖ? ਬਾਬੇ ਦੀ ਗੱਲ ਦੀ ਸਾਖ। ਔਰ ਉਹ ਸਾਖ ਭਰੀ ਗਈ ਹੈ ਕਿਤੇ ਕਿਤੇ ਪੁਰਾਣੇ ਸਿੰਘਾਂ ਵੱਲੋਂ, ਕਿਤੇ ਕਿਤੇ ਭਾਈ ਬਾਲੇ ਵੱਲੋਂ, ਜਾਂ ਹੋਰ ਜਿਤਨੇ ਵੀ ਇਤਿਹਾਸਿਕ ਸਰੋਤ ਮਿਲਦੇ ਨੇ ਉਹਨਾਂ ਦੇ ਹਿਸਾਬ ਨਾਲ ਅਸੀਂ ਸਾਖੀਆਂ ਨੂੰ ਪੜ੍ਹਦੇ ਹਾਂ। ਕਈ ਤਰੀਕੇ ਦੀ ਸਾਖੀਆਂ ਲਿਖੀਆਂ ਗਈਆਂ ਨੇ ਔਰ ਜਨਮ ਸਾਖੀ ਅੱਖਰ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਦੇ ਬਾਬਤ ਜਿਹੜਾ ਹੈ ਸੁਰੱਖਿਅਤ ਕਰ ਲਿਆ ਜਾਂਦਾ, ਜਿਹਦੇ ਵਿੱਚ ਪੁਰਾਤਨ ਜਨਮ ਸਾਖੀ ਆਉਂਦੀ ਹੈ, ਭਾਈ ਬਾਲੇ ਵਾਲੀ ਜਨਮ ਸਾਖੀ ਆਉਂਦੀ ਹੈ, ਵਿਲਾਇਤ ਵਾਲੀ ਜਨਮ ਸਾਖੀ ਆਉਂਦੀ ਹੈ ਤੇ ਹੋਰ ਵੀ ਇਸ ਤਰ੍ਹਾਂ ਦੀਆਂ ਜਨਮ ਸਾਖੀਆਂ ਜਿਹੜੀਆਂ ਨੇ ਮਿਲਦੀਆਂ ਨੇ। ਇੱਕ ਗੱਲ ਬੜੀ ਕਲੀਅਰ ਹੈ ਕਿ ਜਿੱਥੇ ਅਸੀਂ ਕ੍ਰੋਨੋਲੋਜੀ ਦੀ ਗੱਲ ਕਰਦੇ ਹਾਂ, ਇਹ ਸਾਡਾ ਤਰੀਕਾ ਨਹੀਂ ਸੀ ਇਤਿਹਾਸ ਨੂੰ ਸਮਝਣ ਦਾ। ਇਹ ਤਰੀਕਾ ਵੈਸਟ ਦਾ ਤਰੀਕਾ ਹੈ। ਸਾਡਾ ਤਰੀਕਾ ਜਿਹੜਾ ਹੈ ਉਹ ਏਸ਼ੀਆ ਦਾ ਤਰੀਕਾ ਸੀ। ਸਾਡੇ ਕੰਟੀਨੈਂਟ ਦੇ ਵਿੱਚ ਅਤੇ ਅਰੇਬੀਅਨ ਕੰਟੀਨੈਂਟ ਦੇ ਵਿੱਚ ਇਤਿਹਾਸ ਨੂੰ ਸਮਝਣ ਦਾ ਤਰੀਕਾ ਬਿਲਕੁਲ ਵੱਖ ਹੈ। ਇਹ ਟਾਈਮ ਤੇ ਸਪੇਸ ਤੋਂ ਬਾਹਰ ਦਾ ਤਰੀਕਾ ਹੈ। ਜਦੋਂ ਅਸੀਂ ਹਿਸਟਰੀ ਨੂੰ ਲੀਨੀਅਰ ਟਾਈਮ ਦੇ ਉੱਤੇ ਲੈ ਕੇ ਚੱਲਦਾ, ਮੈਂ ਸੌਖੇ ਤਰੀਕੇ ਨਾਲ ਦੱਸਾਂ ਵੀ ਗੁਰੂ ਨਾਨਕ ਸਾਹਿਬ 1469 ਦੇ ਵਿੱਚ ਪ੍ਰਕਾਸ਼ ਧਾਰਦੇ ਨੇ ਤੇ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋਤੀ ਜੋਤ ਸਮਾ ਜਾਂਦੇ ਨੇ। ਤਾਂ ਸਰੀਰਿਕ ਰੂਪ ਦੇ ਵਿੱਚ 10 ਜੋਤਾਂ ਸਮੇਂ ਦੇ ਪ੍ਰਭਾਵ ਦੇ ਹੇਠ ਚੱਲ ਰਹੀਆਂ ਨੇ, ਲੇਕਿਨ ਅਧਿਆਤਮਿਕ ਰੂਪ ਦੇ ਨਾਲ ਜੇਕਰ ਅੱਜ ਅਸੀਂ ਬੇਨਤੀ ਕਰੀਏ ਤੇ ਗੁਰੂ ਨਾਨਕ ਸਾਡੇ ਪ੍ਰਤੱਖ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਪ੍ਰਤੱਖ ਨੇ। ਸੋ ਇਹਦਾ ਮਤਲਬ ਇਹ ਹੈ ਕਿ ਗੁਰੂ ਪੀਰ ਪੈਗੰਬਰ ਸਮੇਂ ਤੋਂ ਬਾਹਰ ਹੋ ਜਾਂਦੇ ਨੇ। ਇਹਦਾ ਮਤਲਬ ਇਹ ਹੈ ਕਿ ਇਹ ਟਾਈਮ ਤੇ ਸਪੇਸ ਤੋਂ, ਸਮੇਂ ਤੇ ਬ੍ਰਹਿਮੰਡ ਦੀ ਖੇਡਾਂ ਜਿਹੜੀਆਂ ਨੇ ਇਹ ਵੱਖਰੀਆਂ ਚੱਲਦੀਆਂ ਨੇ ਔਰ ਸਾਖੀ ਦੇ ਵਿੱਚ ਇਹਨਾਂ ਦਾ ਪ੍ਰਭਾਵ ਜਿਹੜਾ ਹੈ ਬਿਲਕੁਲ ਵੱਖਰਾ ਹੋ ਜਾਇਆ ਕਰਦਾ। ਜਦੋਂ ਅਸੀਂ ਇਸ ਗੱਲ ਨੂੰ ਸਮਝਾਂਗੇ, ਸਾਨੂੰ ਇਹ ਵੀ ਸਮਝ ਆਉਣਾ ਸ਼ੁਰੂ ਹੋ ਜਾਏਗਾ ਕਿ ਇਹ ਬਹੁਤ ਜ਼ਰੂਰੀ ਨਹੀਂ ਹੈ ਕਿ ਹਰ ਸਾਖੀ ਦੇ ਵਿੱਚ ਡੇਟ ਹੋਏ, ਕਿਉਂਕਿ ਸਾਖੀ ਨੂੰ ਲਿਖਣ ਦਾ ਢੰਗ ਜਿਹੜਾ ਹੈ ਉਹ ਰਹੱਸਵਾਦ ਹੈ, ਵਿਸਮਾਦ ਹੈ। ਔਰ ਵਿਸਮਾਦ ਦੇ ਵਿੱਚ ਲਿਖੀ ਜਾਣ ਵਾਲੀ ਗੱਲ ਜਿਹੜੀ ਹੈ ਤੁਹਾਨੂੰ ਰਹੱਸ ਦੇ ਵਿੱਚ ਲੈ ਜਾਂਦੀ ਹੈ। ਰਹੱਸ ਤੁਹਾਨੂੰ ਅੰਦਰੂਨੀ ਭੇਦਾਂ ਦੇ ਵਿੱਚ ਲੈ ਜਾਂਦਾ ਹੈ। ਆਪਣੇ ਅੰਦਰੂਨੀ ਭੇਦਾਂ ਦੀ ਸਮਝ ਜਿਹੜੀ ਹੈ ਤੁਹਾਨੂੰ ਸਾਖੀ ਦੇ ਨਾਲ ਮਿਲਦੀ ਹੈ। ਸੋ ਇਹ ਜ਼ਰੂਰੀ ਵਿਸ਼ੇ ਨੇ। ਦੂਸਰੀ ਗੱਲ, ਸਮਾਜ ਦੇ ਵਿੱਚ ਵਿਚਰਨ ਵਾਲੇ ਲੋਕ ਵੱਖਰੇ ਵੱਖਰੇ ਕਲਚਰ ਦੇ ਨਾਲ ਰਿਲੇਟਡ ਨੇ ਔਰ ਜਿਹੜਾ ਵੱਖਰਾ ਵੱਖਰਾ ਕਲਚਰ ਹੈ, ਜਿਹੜਾ ਸਮਾਜਿਕ ਪ੍ਰਭਾਵ ਹੈ, ਜਿਹੜਾ ਕਿ ਪਰਪੇਖਤਾ, ਜਿੱਦਾਂ ਕਿ ਇੱਕ ਸਿੱਖ ਇੱਕ ਵੇਸ਼ਭੂਸ਼ਾ ਦੇ ਵਿੱਚ ਬੈਠਿਆ ਹੋਇਆ ਕਿ ਉਸ ਦਾ ਦਾੜਾ ਹੋਣਾ ਚਾਹੀਦਾ ਹੈ, ਉਸ ਦੇ ਕੇਸ ਹੋਣੇ ਚਾਹੀਦੇ ਹੈ, ਉਸ ਦੀ ਦਸਤਾਰ ਸਜਾਈ ਹੋਣੀ ਚਾਹੀਦੀ ਹੈ, ਲੇਕਿਨ ਇਹ ਸਿੰਘ ਦੀ ਪਰਿਭਾਸ਼ਾ ਸੀ, ਸਿੱਖ ਦੀ ਪਰਿਭਾਸ਼ਾ ਨਹੀਂ ਸੀ। ਗੁਰੂ ਨਾਨਕ ਸਾਹਿਬ ਦਾ ਵਿਸ਼ਾ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਤੋਂ ਕਲੀਅਰ ਹੋ ਜਾਂਦਾ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਜਿਹੜਾ ਬਾਣੀ ਗਾਉਂਦਾ ਉਹ ਸਿੱਖ ਹੈ, ਕਿਉਂਕਿ ਬਾਬੇ ਨੇ ਧਰਮ ਨਹੀਂ ਸੀ ਚਲਾਇਆ, ਬਾਬੇ ਨੇ ਪੰਥ ਚਲਾਇਆ ਸੀ, ਰਾਹ ਚਲਾਇਆ ਸੀ। ਤਾਂ ਹੀ ਤਾਂ ਵੇਈ ਨਦੀ ਤੋਂ ਬਾਹਰ ਨਿਕਲਦਿਆਂ ਸਤਿਗੁਰ ਨੇ ਕਹਿ ਦਿੱਤਾ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਜਿਹੜਾ ਹਿੰਦੂ ਹਿੰਦੂ ਹੁੰਦਿਆਂ ਹੋਇਆ ਆਪਣੇ ਧਰਮ ਦੇ ਗੁਣਾਂ ਨੂੰ ਧਾਰਨ ਨਹੀਂ ਕਰੇਗਾ ਤੇ ਉਸ ਦੇ ਵਿੱਚ ਮਿਲਾਵਟ ਕਰੇਗਾ, ਉਹ ਹਿੰਦੂ ਨਹੀਂ ਹੈ। ਜਿਹੜਾ ਮੁਸਲਮਾਨ ਮੁਸਲਮਾਨ ਹੁੰਦਿਆਂ ਹੋਇਆ ਸੱਚ ਦੀ ਗੱਲ ਦਾ ਧਾਰਨੀ ਨਹੀਂ ਹੋਏਗਾ ਤੇ ਇੱਕ ਕੁਣਵੇ ਦਾ ਬਣ ਕੇ ਰਹਿ ਜਾਏਗਾ, ਉਹ ਮੁਸਲਮਾਨ ਨਹੀਂ ਹੈ। ਐਦਾਂ ਹੀ ਜਿਹੜਾ ਸਿੱਖ ਇੱਕ ਕੁਣਬੇ ਦਾ ਹੋ ਕੇ ਰਹਿ ਜਾਏਗਾ ਤੇ ਸਿੱਖੀ ਨੂੰ ਐਦਾਂ ਦਾਇਰੇ ਦੇ ਵਿੱਚ ਬੰਨਣ ਦੀ ਕੋਸ਼ਿਸ਼ ਕਰੇਗਾ, ਉਹ ਸਿੱਖ ਨਹੀਂ ਹੈ। ਇਹ ਬੜਾ ਕਲੀਅਰ ਹੈ।
ਖਾਲਸੇ ਮੈਂ ਹੋਂ ਕਰੋ ਨਿਵਾਸ, ਜਿਹਦੇ ਵਿੱਚ ਗੁਰੂ ਨਿਵਾਸ ਕਰਦਾ ਹੋਏ। ਫਿਰ ਇਹ ਵੀ ਦੇਖਣਾ ਪਏਗਾ ਗੁਰੂ ਕੋਲ ਆਉਣ ਵਾਲੇ ਸਿੱਖ ਕੌਣ-ਕੌਣ ਸਨ। ਤੁਸੀਂ ਹੈਰਾਨ ਹੋ ਜਾਓਗੇ ਇਹ ਜਾਣ ਕੇ, ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਭਾਈ ਗੋਪਾਲਾ ਆਉਂਦੇ ਨੇ। ਭਾਈ ਗੋਪਾਲਾ ਜੀ ਬ੍ਰਾਹਮਣ ਨੇ, ਪ੍ਰਚਾਰਕ ਨੇ ਹਿੰਦੂ ਧਰਮ ਦੇ। ਭਾਈ ਪ੍ਰਾਗਾ ਜੀ ਪੁੱਤਰ ਬਣਦੇ ਨੇ। ਅੱਗੇ ਜਾ ਕੇ ਸਤੀਦਾਸ ਮਤੀਦਾਸ ਜੀ ਦੀ ਪੀੜ੍ਹੀ ਜਿਹੜੀ ਹੈ ਉਹ ਇਸ ਕੁਲ ਦੇ ਵਿੱਚੋਂ ਨਿਕਲਦੀ ਹੈ। ਤੇ ਉਹ ਤੇ ਸਾਡੇ ਵਡਮੁੱਲੇ ਸਿੱਖ ਨੇ, ਉਹਨਾਂ ਨੇ ਤਾਂ ਸ਼ਹਾਦਤਾਂ ਦਿੱਤੀਆਂ ਨੇ। ਸਤਿਗੁਰਾਂ ਦੇ ਕੋਲ ਸਾਈਂ ਮੀਆਂ ਮੀਰ ਜੀ ਆਉਂਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਮੇਰੇ ਮਿੱਤਰ ਨੇ, ਮੀਆਂ ਮੀਰ ਗਹਿਰ ਗੰਭੀਰ। ਉਹਨਾਂ ਨੂੰ ਅਸੀਂ ਸਿੱਖ ਨਹੀਂ ਕਵਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਪੀਰ ਬੁੱਧੂ ਸ਼ਾਹ ਜੀ ਸ਼ਹਾਦਤ ਦਿੰਦੇ ਨੇ, ਕਿ ਉਹਨਾਂ ਨੂੰ ਅਸੀਂ ਸਿੱਖ ਨਹੀਂ ਕਵਾਂਗੇ। ਉਹਨਾਂ ਦੇ ਬੱਚੇ ਸ਼ਹਾਦਤਾਂ ਦਿੰਦੇ ਨੇ, ਕਿ ਉਹਨਾਂ ਨੂੰ ਅਸੀਂ ਸਿੱਖ ਨਹੀਂ ਕਵਾਂਗੇ। ਤਾਂ ਸਿੱਖੀ ਦੀ ਵੇਸ਼ ਭੂਸ਼ਾ ਸਾਨੂੰ ਸਮਝਣੀ ਪੈਣੀ ਹੈ, ਸਿੱਖੀ ਦੀ ਪਰਿਭਾਸ਼ਾ ਸਮਝਣੀ ਪੈਣੀ ਹੈ। ਉਸੇ ਦਾਇਰੇ ਦੇ ਵਿੱਚ ਜਾ ਕੇ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਭਾਈ ਮਰਦਾਨਾ ਜੀ ਦੇ ਪੁੱਤਰ ਸ਼ਹਿਬਾਜ਼ ਜੀ ਇੱਕ ਮੁਸਲਮਾਨ ਨੇ। ਭਾਈ ਮਰਦਾਨਾ ਜੀ ਮੁਸਲਮਾਨ ਨੇ। ਜਦੋਂ ਭਾਈ ਮਰਦਾਨਾ ਜੀ ਕਹਿੰਦੇ ਨੇ ਕਿ ਬਾਬਾ ਸਾਡੇ ਧਰਮ ਦੇ ਵਿੱਚ ਹੱਜ ਜਾਣਾ ਜ਼ਰੂਰੀ ਹੈ ਤੇ ਮੈਨੂੰ ਮੱਕੇ ਵੀ ਕਦੇ ਲੈ ਜਾਓ ਖਾਂ, ਤੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਮੱਕੇ ਮਦੀਨੇ ਨਾਲ ਲੈ ਕੇ ਜਾਂਦੇ ਨੇ। ਉਹਨਾਂ ਦੇ ਨਾਲ ਤਾਜੁਦੀਨ ਜੀ ਜਾਂਦੇ ਨੇ, ਜੋ ਕਿ ਇੱਕ ਫਕੀਰ ਨੇ, ਸੂਫੀ ਸੰਤ ਨੇ। ਗੁਰੂ ਨਾਨਕ ਦੇ ਪ੍ਰਭਾਵ ਦੇ ਹੇਠ ਰੁਕਨਦੀਨ ਕਾਜੀ, ਜੋ ਕਿ ਮੱਕੇ ਦੇ ਮੁੱਖ ਕਾਜੀ ਨੇ, ਗੁਰੂ ਨਾਨਕ ਸਾਹਿਬ ਦੇ ਸ਼ਬਦ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਕੁਰਬਾਨ ਕਰਦੇ ਨੇ ਤੇ ਕਹਿੰਦੇ ਨੇ ਕਿ ਨਾਨਕ ਸਾਹਿਬ ਵਲੀ ਅੱਲਾ ਨੇ। 367 ਸਵਾਲ ਗੁਰੂ ਨਾਨਕ ਸਾਹਿਬ ਤੋਂ ਪੁੱਛਦੇ ਨੇ ਤੇ ਉਸ ਤੋਂ ਬਾਅਦ ਸਮਰਪਣ ਕਰ ਦਿੰਦੇ ਨੇ। ਰੁਕਨਦੀਨ ਕਾਜ਼ੀ ਸਾਹਿਬ, ਜਿਨ੍ਹਾਂ ਨੂੰ ਕੁਰਾਨ ਜ਼ਬਾਨੀ ਕੰਠ ਹੈ, ਉਹਨਾਂ ਨੂੰ ਅਸੀਂ ਸਿੱਖ ਨਹੀਂ ਕਵਾਂਗੇ। ਉਹਨਾਂ ਦੀ ਸ਼ਹਾਦਤ ਹੋਈ ਹੈ ਇਸਲਾਮ ਦੇ ਵਿੱਚ। ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਭਾਵ ਮੰਨਿਆ ਤੇ ਫਿਰ ਉੱਥੇ ਦੇ ਕਬੀਲਿਆਂ ਨੇ, ਉੱਥੇ ਦੇ ਹਾਕਮਾਂ ਨੇ ਕੁਐਸਚਨ ਕੀਤੇ ਤੇ ਮੱਕੇ ਦੀ ਧਰਤੀ ਦੇ ਉੱਤੇ ਉਹਨਾਂ ਨੂੰ ਮਿੱਟੀ ਦੇ ਵਿੱਚ ਦੱਬ ਕੇ ਅੱਧਾ ਧੜ ਬਾਹਰ ਕੱਢ ਕੇ ਪੱਥਰ ਮਾਰ ਕੇ ਮਾਰ ਦਿੱਤਾ ਗਿਆ। ਤੇ ਉਹਨਾਂ ਨੇ ਇਹ ਕਿਹਾ ਸੀ ਗੁਰੂ ਨਾਨਕ ਵਲੀ ਅੱਲਾ ਹੈ। ਕਿ ਉਹਨਾਂ ਨੂੰ ਅਸੀਂ ਸਿੱਖ ਨਹੀਂ ਕਵਾਂਗੇ, ਸਿੱਖ ਪੰਥ ਦੇ ਮਹਾਨ ਸ਼ਹੀਦਾਂ ਨੇ। ਸੋ ਸਾਨੂੰ ਇਹ ਸਮਝਣਾ ਪਏਗਾ ਕਿ ਸਾਖੀ ਦੀ ਪਰਿਭਾਸ਼ਾ ਕਿੱਦਾਂ ਬਣਦੀ ਹੈ। ਕੋਈ ਵੀ ਵਿਆਖਿਆ ਜਦੋਂ ਸਾਨੂੰ ਕੋਈ ਸਮਝਾਉਂਦਾ ਹੈ, ਉਸ ਵਿਆਖਿਆ ਨੂੰ ਦੇਖਣ ਦਾ ਸਹੀ ਢੰਗ ਕੀ ਹੈ? ਉਹ ਹੈ ਬਾਬੇ ਨਾਨਕ ਦਾ ਬਖਸ਼ਿਆ ਹੋਇਆ ਮੂਲ ਮੰਤਰ। ਉਹ ਮੂਲ ਮੰਤਰ ਸਾਡਾ ਫਰੇਮਵਰਕ ਹੈ। ਉਹ ਮੂਲ ਮੰਤਰ ਸਾਨੂੰ ਕਲੀਅਰ ਕਰ ਦਿੰਦਾ ਹੈ, ਇੱਕ ਓੰਕਾਰ, ਇੱਕ ਅਕਾਲ ਪੁਰਖ ਹੈ, ਜੋ ਮੁਹੰਮਦ ਦਾ ਵੀ ਵਲੀ ਹੈ, ਜੋ ਇੱਥੇ ਦੇਵਤਿਆਂ ਦਾ ਵੀ ਵਲੀ ਹੈ, ਔਰ ਜਿਹਦੇ ਤੋਂ ਇਹ ਸਾਰਾ ਸੰਸਾਰ ਚੱਲਦਾ ਹੈ। ਉਸ ਇੱਕ ਓੰਕਾਰ ਜਿਹਦਾ ਨਾਮ ਸੱਚ ਹੈ, ਕਰਤਾ ਪੁਰਖ ਹੈ, ਉਹ ਜੋ ਨਿਰਭਉ ਹੈ, ਨਿਰਵੈਰ ਹੈ। ਸੋ ਇਹ ਜਿਹੜੀ ਪਰਿਭਾਸ਼ਾ ਹੈ, ਨਿਰਭਉ ਤੇ ਨਿਰਭੈਰ ਦੀ ਪਰਿਭਾਸ਼ਾ, ਜਿਸ ਵੇਲੇ ਇਹ ਪਰਿਭਾਸ਼ਾ ਸਾਡੀ ਸਾਖੀ ਦੇ ਵਿੱਚ ਚੱਲ ਜਾਂਦੀ ਹੈ, ਸਾਨੂੰ ਸਾਖੀ ਕਲੀਅਰ ਕਰ ਦਿੰਦੀ ਹੈ। ਅਸੀਂ ਕਿਸੇ ਤੋਂ ਡਰ ਨਹੀਂ ਰਹੇ, ਕਿਸੇ ਨਾਲ ਵੈਰ ਨਹੀਂ ਕਮਾ ਰਹੇ, ਕਿਸੇ ਬਾਰੇ ਮਾੜਾ ਨਹੀਂ ਕਹਿ ਰਹੇ, ਕਿਸੇ ਹੋਰ ਧਰਮ ਨੂੰ ਜਿਹੜਾ ਹੈ ਨੀਵਾਂ ਕਰਕੇ ਨਹੀਂ ਦੇਖ ਰਹੇ, ਤੇ ਇੱਕ ਦੇ ਅਦਾਰੇ ਦੇ ਵਿੱਚ ਦੇਖ ਰਹੇ ਹਾਂ ਤੇ ਸਾਂਝੀਵਾਲਤਾ ਦੀ ਗੱਲ ਕਰ ਰਹੇ ਹਾਂ। ਮੈਂ ਇਸ ਗੱਲ ਨੂੰ ਖੋਲ੍ਹਦੇ ਹਾਂ ਇੱਕ ਸਾਖੀ ਦੇ ਐਗਜ਼ਾਮਪਲ ਨਾਲ। ਗੁਰੂ ਨਾਨਕ ਸਾਹਿਬ ਅਸੀਂ ਸਾਰੇ ਜਾਣਦੇ ਹਾਂ, ਹਰਿਦੁਆਰ ਜਾਂਦੇ ਨੇ। ਸਾਖੀ ਅਸੀਂ ਪੜ੍ਹਦੇ ਹਾਂ ਵੀ ਗੁਰੂ ਨਾਨਕ ਸਾਹਿਬ ਜਿਸ ਤਰ੍ਹਾਂ ਪਾਂਡਿਆਂ ਨੇ ਜਲ ਦਿੱਤਾ ਸੂਰਜ ਨੂੰ ਪਿਤਰਾਂ ਲਈ, ਉੱਦਾਂ ਹੀ ਗੁਰੂ ਨਾਨਕ ਸਾਹਿਬ ਨੇ ਜਲ ਦਿੱਤਾ ਆਪਣੇ ਖੇਤਾਂ ਨੂੰ। ਹੁਣ ਇਸ ਸਾਖੀ ਨੂੰ ਸੁਣਾਉਣ ਲੱਗਿਆ ਅਸੀਂ ਇਹ ਕਹਿੰਦੇ ਹਾਂ ਕਿ ਬ੍ਰਾਹਮਣ ਦੇ ਕਰਮ ਕਾਂਡ ਨੂੰ ਸਤਿਗੁਰ ਨੇ ਹਟਾ ਦਿੱਤਾ ਜੀ, ਮੰਨਿਆ, ਪਰ ਕਿੱਦਾਂ ਹਟਾਇਆ? ਸੁਣਨ ਵਾਲਾ ਕੌਣ ਸੀ? ਔਰ ਜੋ ਸੁਣਦਾ ਹੈ ਗੁਰੂ ਨਾਨਕ ਨੂੰ, ਸਿੱਖ ਤਾਂ ਉਹੀ ਹੈ ਨਾ। ਉਸ ਵੇਲੇ ਗੁਰੂ ਨਾਨਕ ਦੀ ਗੱਲ ਸੁਣੀ ਕਿਸ ਨੇ? ਗੁਰੂ ਨਾਨਕ ਖੜੇ ਹੋਣੇ ਹਰ ਕੀ ਪੌੜੀ ਤੇ, ਗੁਰੂ ਨਾਨਕ ਖੜੇ ਹੋਣੇ ਗੰਗਾ ਦੇ ਵਿੱਚ, ਗੁਰੂ ਨਾਨਕ ਕਰ ਰਹੇ ਹੋਣੇ ਜਲ ਅਭਿਸ਼ੇਕ ਆਪਣੀ ਧਰਤੀ ਦਾ, ਤੇ ਉਸ ਵੇਲੇ ਲੋਕੀ ਹੱਸੇ ਹੋਣੇ ਗੁਰੂ ਨਾਨਕ ਤੇ। ਗੁਰੂ ਨਾਨਕ ਨੇ ਆਪਣੇ ਆਪ ਤੇ ਹਸਾਇਆ ਹੋਣਾ ਲੋਕਾਂ ਨੂੰ। ਕੋਈ 5 ਮਿੰਟ 10 ਮਿੰਟ ਜੇ ਕੋਈ ਨਿਤਨੇਮ ਕਰਕੇ ਨਿਕਲੇ ਤੇ ਉਸ ਦੇ ਚਿਹਰੇ ਨੂੰ ਦੇਖ ਕੇ, ਉਸ ਦੇ ਜਾਹੋ ਜਲਾਲ ਨੂੰ ਦੇਖ ਕੇ ਕੋਈ ਸਵਾਲ ਨਹੀਂ ਕਰ ਸਕਦਾ। ਗੁਰੂ ਨਾਨਕ ਦੇ ਜਾਹੋ ਜਲਾਲ ਤੇ ਬੋਲਣ ਲਈ ਉੱਥੇ ਕਿੰਨੀਆਂ ਮਜਲਸਾਂ ਲੱਗੀਆਂ ਹੋਣੀਆਂ। ਫਿਰ ਕਿਸੇ ਨੇ ਹਿੰਮਤ ਕੀਤੀ ਹੋਣੀ ਕਿ ਇਹ ਬਾਬਾ, ਇਹ ਬਾਲਾ, ਇਹ ਕੀ ਕਰਦਾ ਹੈ? ਜਲ ਦੇਈਦਾ ਸੂਰਜ ਨੂੰ ਤੇ ਤੂੰ ਕਿਹੜੇ ਪਾਸੇ ਜਲ ਦੇ ਰਿਹਾ? ਤੇ ਸਤਿਗੁਰ ਜਵਾਬ ਦਿੰਦੇ ਨੇ, ਮੈਂ ਆਪਣੇ ਖੇਤਾਂ ਨੂੰ ਜਲ ਦੇ ਰਿਹਾ ਹਾਂ। ਫਿਰ ਕੋਈ ਹੱਸਿਆ ਹੋਣਾ, ਠੱਠੇ ਵੱਜੇ ਹੋਣੇ, ਠਹਾਕੇ ਵੱਜੇ ਹੋਣੇ। ਉਹਦੇ ਰਿਜ਼ਲਟ ਦੇ ਵਿੱਚ ਗੁਰੂ ਨਾਨਕ ਨੇ ਸਮਝਾਇਆ ਹੋਣਾ
ਜੇ ਸੂਰਜ ਨੂੰ ਜਲ ਚਲਾ ਜਾਏਗਾ ਤੇ ਮੇਰੇ ਖੇਤਾਂ ਨੂੰ ਵੀ ਜਲ ਚਲੀ ਜਾਏਗਾ। ਇਹ ਦਲੀਲ ਹੈ। ਇਸ ਦਲੀਲ ਤੋਂ ਬਾਅਦ ਸਵਾਲ ਪੈਦਾ ਹੋਇਆ ਹੋਣਾ, ਬਾਬਾ ਕਹਿਣਾ ਕੀ ਚਾਹੁੰਦੇ ਹੋ? ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਇਹ ਸਭ ਕਰਮਕਾਂਡ ਹੈ। ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਜਿਸ ਵੇਲੇ ਅਸੀਂ ਸੂਰਜ ਨੂੰ ਜਲ ਦਿੰਦੇ ਹਾਂ, ਉੱਥੋਂ ਸੂਰਜ ਦੀਆਂ ਤਰੰਗਾਂ ਪਾਣੀ ਨੂੰ ਚੀਰ ਕੇ ਸਾਡੇ ਆਗਿਆ ਚੱਕਰ ਤੇ ਜ਼ਰੂਰ ਲੱਗਦੀਆਂ ਨੇ। ਇਹਦੇ ਨਾਲ ਖੁੱਲ ਜਾਂਦਾ ਹੈ ਤੁਹਾਡਾ ਮਾਈਂਡ, ਇਹਦੇ ਨਾਲ ਖੁੱਲ ਜਾਂਦੇ ਹੈ ਤੁਹਾਡੇ ਅੰਦਰ ਦੇ ਕਪਾਟ। ਪਰ ਜੇਕਰ ਜਾ ਕੇ ਨਾਮ ਅਭਿਆਸ ਨਹੀਂ ਕਰੋਗੇ, ਉਹ ਕਪਾਟ ਉੱਥੇ ਦੇ ਉੱਥੇ ਹੀ ਫਿਰ ਬੰਦ ਹੋ ਜਾਣਗੇ। ਇਸੇ ਗੱਲ ਨੂੰ ਸਤਿਗੁਰੂ ਨੇ ਪ੍ਰਗਟ ਕੀਤਾ ਹੈ ਗਿਆਨ ਗੋਦੜੀ ਸਥਾਨ ਦੇ ਉੱਤੇ, ਹਰ ਕੀ ਪੌੜੀ ਤੇ ਜੋ ਸਥਾਨ ਹੋਇਆ ਕਰਦਾ ਸੀ। ਲੇਕਿਨ ਸਵਾਲ ਇਹ ਹੈ ਕਿ ਗੁਰੂ ਨਾਨਕ ਨੂੰ ਉਸ ਵੇਲੇ ਸੁਣਿਆ ਕਿਸ ਨੇ? ਉੱਥੇ ਆਇਆ ਕੌਣ ਸੀ? ਉੱਥੇ ਆਇਆ ਸੀ ਬ੍ਰਾਹਮਣ। तो गुरु नानक नूं अद्धा घंटा किस ने सुनिया? ब्राह्मण ने सुनिया। तो वह ब्राह्मण कौन बनया? सुनन तो बाद बाबे नानक दा सिख बनया। तो उस वेले दा सिख कौन है? ब्राह्मण सिख है। सो सिख की परिभाषा शब्द नूं सुनन दे विच पई है, शब्द नूं मनण दे विच पई है, जो कि जपजी की बाणी कहती है सुनन दी पौड़ियां दे जरिए, जो जपजी की बाणी कहती है मनण दी पौड़ियां दे जरिए। लेकिन जदों असीं सिख अखवाउण वाले गुरु नानक की बात नूं छोटा करके वेशभूषा के दायरे दे विच कैद कर दिंदे आ, ਉਹ ਅਸੀਂ ਕੁੱਜੇ ਦੇ ਵਿੱਚ ਸਮੁੰਦਰ ਨੂੰ ਸਮਾਉਣਾ ਚਾਹੁੰਦੇ ਆ, ਅਸੀਂ ਗੱਲ ਨੂੰ ਛੋਟੀ ਕਰਨਾ ਚਾਹੁੰਦੇ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਸਾਰੀ ਦੁਨੀਆ ਦੇ ਵਲੀ ਅੱਲਾ ਹੋਣ, ਗੁਰੂ ਨਾਨਕ ਕਿਸੇ ਵਾਸਤੇ ਲਾਮਾ ਨੇ, ਗੁਰੂ ਨਾਨਕ ਕਿਸੇ ਵਾਸਤੇ ਵਲੀ ਅੱਲਾ ਨੇ, ਗੁਰੂ ਨਾਨਕ ਕਿਸੇ ਦੇ ਜਿਹੜੇ ਨੇ ਪੀਰ ਨੇ, ਤੇ ਗੁਰੂ ਨਾਨਕ ਸਾਰਿਆਂ ਦੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਸਿਰਫ ਸਿੱਖਾਂ ਦੇ ਗੁਰੂ ਹੋ ਜਾਣ। ਤੇ ਸਿੱਖ ਨੂੰ ਸੋਚਣਾ ਚਾਹੀਦਾ ਹੈ ਕਿ ਸਿੱਖੀ ਦੀ ਮਰਿਆਦਾ ਨੂੰ ਕਿਤਨਾ ਛੋਟਾ ਕਰ ਰਿਹਾ, ਸਿੱਖੀ ਦੀ ਗੱਲ ਨੂੰ ਕਿਤਨਾ ਛੋਟਾ ਕਰ ਰਿਹਾ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। कोई अगर गल छोटी कही गई होए तो मेरी जाननी, कोई गल वड्डी होए बाबे नानक की समझ के झोली दे विच पा लेना। वाहिगुरू जी का खालसा, वाहिगुरू जी की